ਸ਼੍ਰੀ ਨਾਨਕ ਪਾਦ ਪੰਕਜ ਬੰਧਨ ਪਾਦ ਪੰਕਜ ਬੰਧਨਾ ਸਿਮਰੋ ਅੰਗਦ ਦੋਖ ਨਿਕੰਦਨਾ ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗ ਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬੈਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬੈਨਾਸਨ ਸੋਏ। ਹਟਿਓ ਦੂਰ ਤੇ ਸ਼ਰਧਾ ਧਾਰੀ ਗਮਨਿਓ ਨਗਰ ਹੋਤ ਰਤ ਭਾਰੀ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀ ਭਰ ਰਹੇ ਅਤ ਸਤਿਕਾਰਯੋਗ ਸਤ ਸੰਗੀ ਜਨੋ, ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਅਸੀਂ ਪਿਛਲੇ ਦਿਨਾਂ ਤੋਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚੋਂ ਪੂਰਵ ਰਾਤ ਅਧਿਆਏ 12ਵੇਂ ਦਾ ਪ੍ਰਸੰਗ ਆਰੰਭ ਕੀਤਾ ਸੀ, ਜਿਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਦੇ ਜੀਵਨ ਦੇ ਵਿੱਚੋਂ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਆਪਣੀ ਕਲਮ ਦੇ ਨਾਲ ਜੋ ਇਤਿਹਾਸ ਲਿਖ ਕੇ ਇਤਿਹਾਸਕ ਗ੍ਰੰਥ ਖਾਲਸੇ ਦੀ ਝੋਲੀ ਪਾਇਆ ਹੈ, ਉਸ ਦੇ ਵਿੱਚੋਂ ਅਸੀਂ ਪ੍ਰਸੰਗ ਸਰਵਣ ਕਰ ਰਹੇ ਸਾਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਮਹਿਤਾ ਕਾਲੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਖੇਤੀ ਕਰਨ ਦੇ ਲਈ ਭੇਜਦੇ ਨੇ। ਪਾਤਸ਼ਾਹ ਜੀ ਖੇਤ ਦੇ ਵਿੱਚ ਜਾ ਕੇ ਮਿਹਨਤ ਦੇ ਨਾਲ ਫਸਲ ਨੂੰ ਬੀਜਦੇ ਨੇ ਤੇ ਬੀਜ ਪੁੰਗਰਨ ਤੋਂ ਬਾਅਦ ਜਦੋਂ ਉਸ ਖੇਤ ਦੀ ਰਾਖੀ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਬਿਠਾਇਆ ਜਾਂਦਾ ਹੈ, ਤਾਂ ਉਸ ਖੇਤ ਦੇ ਵਿੱਚ ਕੁਝ ਗਾਵਾਂ, ਮੱਝਾਂ, ਹਿਰਨ ਇਤ ਆਦਿ ਜਿੰਨੇ ਵੀ ਜਾਨਵਰ ਸਨ ਖੇਤ ਦੇ ਵਿੱਚ ਆਉਂਦੇ ਨੇ ਤੇ ਖੇਤ ਦੇ ਵਿੱਚ ਫਸਲ ਨੂੰ ਉਜਾੜ ਕੇ ਚਲੇ ਜਾਂਦੇ ਨੇ, ਫਸਲ ਨੂੰ ਖਾ ਲੈਂਦੇ ਨੇ। ਤੇ ਇਸੇ ਤਰ੍ਹਾਂ ਜਦੋਂ ਮਹਿਤਾ ਕਾਲੂ ਜੀ ਇਹ ਸਾਰਾ ਕੁਝ ਦੇਖਦੇ ਨੇ ਤਾਂ ਬਹੁਤ ਗੁੱਸੇ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਕਠੋਰ ਬਚਨ ਆਖਦੇ ਨੇ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਉਲਾਂਭਾ ਲੈ ਕੇ ਮਹਿਤਾ ਕਾਲੂ ਜੀ
ਪੰਡਿਤ ਹਰਦਿਆਲ ਦੇ ਕੋਲ ਜਾਂਦੇ ਨੇ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਨਮ ਦੇ ਬਾਬਤ ਉਸ ਸਮੇਂ ਭਵਿੱਖਬਾਣੀ ਵੀ ਕੀਤੀ ਸੀ ਕਿ ਜਦੋਂ ਜਦੋਂ ਸਮਾਂ ਆਵੇਗਾ ਦੁਨੀਆ ਦੇ ਲੋਕ ਇਹਨਾਂ ਦੀ ਜੈ ਜੈਕਾਰ ਕਰਨਗੇ, ਪੂਰੇ ਸਮਾਜ ਦੇ ਲੋਕ ਇਹਨਾਂ ਦੀ ਵਡਿਆਈ ਕਰਨਗੇ। ਤੇ ਮਹਿਤਾ ਕਾਲੂ ਜੀ ਉਸ ਪੰਡਿਤ ਜੀ ਦੇ ਕੋਲ ਉਲਾਂਭਾ ਲੈ ਕੇ ਜਾਂਦੇ ਨੇ, ਭਾਈ ਤੁਹਾਡੀ ਕੀਤੀ ਹੋਈ ਭਵਿੱਖਬਾਣੀ ਸਾਰੀ ਦੀ ਸਾਰੀ ਜਿਹੜੀ ਹੈ ਉਹ ਝੂਠੀ ਨਿਕਲੀ। ਜੋ ਕੁਝ ਤੁਸੀਂ ਆਖਿਆ ਸੀ ਉਸ ਦੇ ਉਲਟ ਹੀ ਸਾਰਾ ਕੁਝ ਹੁਣ ਤੱਕ ਵਾਪਰਿਆ ਹੈ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੁਝ ਸਮਾਂ ਉਦਾਸੀ ਧਾਰਨ ਕਰਕੇ ਚੁੱਪਚਾਪ ਰਹਿ ਕੇ ਸਮਾਜ ਦੇ ਵਿੱਚ ਵਿਚਰਨਾ ਸ਼ੁਰੂ ਕਰਦੇ ਨੇ। ਕਵੀ ਜੀ ਲਿਖਦੇ ਨੇ ਵੀ ਇੱਕ ਦਿਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਲਵੰਡੀ ਨਗਰ ਦੇ ਬਾਹਰ ਇੱਕ ਸੰਘਣੇ ਰੁੱਖ ਦੀ ਛਾਂ ਦੇ ਹੇਠ ਜਾ ਕੇ ਸੋਹਣਾ ਆਸਣ ਲਾ ਕੇ ਸੋਹਣੇ ਵਸਤਰ ਪਹਿਛਾ ਕੇ ਉਸ ਦੇ ਉੱਤੇ ਲੇਟ ਜਾਂਦੇ ਨੇ। ਤੇ ਇਸੇ ਤਰ੍ਹਾਂ ਛਾਂ ਦਾ ਆਸਰਾ ਲੈਂਦੇ ਹੋਏ ਜਿਵੇਂ ਜਿਵੇਂ ਸੂਰਜ ਆਪਣੀ ਚਾਲ ਚੱਲਦਾ ਜਾਂਦਾ ਹੈ, ਸੂਰਜ ਦੇ ਨਾਲ ਢਲਣ ਦੇ ਨਾਲ ਰੁੱਖਾਂ ਦੀ ਛਾਂ ਵੀ ਢਲਦੀ ਜਾਂਦੀ ਹੈ। ਪਰ ਜਿਸ ਅਸਥਾਨ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਲੰਮੇ ਪਏ ਹੋਏ ਨੇ, ਲੇਟੇ ਹੋਏ ਨੇ, ਉਸ ਰੁੱਖ ਦੀ ਛਾਂ ਉਸੇ ਤਰ੍ਹਾਂ ਹੀ ਟਿਕੀ ਹੋਈ ਹੈ। ਸੂਰਜ ਦੇ ਢਲਣ ਦੇ ਨਾਲ ਉਸ ਰੁੱਖ ਦੀ ਛਾਂ ਨੂੰ ਕੋਈ ਫਰਕ ਨਹੀਂ ਪਿਆ। ਇੰਨੇ ਨੂੰ ਉਸੇ ਅਸਥਾਨ ਦੇ ਉੱਤੇ ਰਾਏ ਬੁਲਾਰ ਜਿਹੜਾ ਨਗਰ ਦਾ ਹਾਕਮ ਹੈ, ਤਲਵੰਡੀ ਨਗਰ ਦਾ, ਉਸ ਅਸਥਾਨ ਵੱਲ ਆਉਂਦਾ ਹੈ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਸਣ ਲਾ ਕੇ ਬੈਠੇ ਨੇ, ਆਰਾਮ ਕਰ ਰਹੇ ਨੇ। ਜਦੋਂ ਰਾਏ ਬੁਲਾਰ ਨੇ ਆਪਣੀਆਂ ਅੱਖਾਂ ਦੇ ਨਾਲ ਇਹ ਦੂਸਰਾ ਕੌਤਕ ਵੇਖਿਆ ਨਾ, ਕਿਉਂਕਿ ਪਹਿਲਾ ਕੌਤਕ ਉਸਨੇ ਪਾਤਸ਼ਾਹ ਜੀ ਦੇ ਉੱਪਰ ਜਦੋਂ ਸੱਪ ਨੇ ਛਾਂ ਕੀਤੀ ਸੀ, ਉਹ ਵੀ ਆਪਣੀਆਂ ਅੱਖਾਂ ਦੇ ਨਾਲ ਸਾਰਾ ਵਰਤਾਂਤ ਵੇਖਿਆ ਸੀ। ਤੇ ਉਸੇ ਸਮੇਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜੈ ਜੈਕਾਰ ਕਰਦਾ ਹੈ। ਜਦੋਂ ਦੂਜੀ ਵਾਰ ਆਪਣੀਆਂ ਅੱਖਾਂ ਦੇ ਨਾਲ ਪ੍ਰਤੱਖ ਇਹ ਕਰਾਮਾਤ ਦੇਖੀ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਨਮੁਖ ਖਲੋ ਕੇ ਰਾਏ ਬੁਲਾਰ ਜੀ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਡੰਡੌਤ ਕਰਦੇ ਨੇ, ਬੰਦਨਾ ਕਰਦੇ ਹੋਏ ਧਰਤੀ ਨੂੰ ਨਮਸਕਾਰ ਕਰਦੇ ਨੇ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਰਾਜਾ ਰਾਏ ਬੁਲਾਰ ਕਰਦਾ ਹੈ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਰਹਿੰਦੇ ਪ੍ਰਸੰਗ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਹਟਿਓ ਦੂਰ ਤੇ ਸ਼ਰਧਾ ਤਾਰੀ, ਗਮਨਿਓ ਨਗਰ ਹੋਤ ਰਤ ਭਾਰੀ। ਤੇ ਇਸੇ ਤਰ੍ਹਾਂ ਕਹਿੰਦੇ ਜਦੋਂ ਰਾਏ ਬੁਲਾਰ ਜੀ ਨੇ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸਿਜਦਾ ਕੀਤਾ ਹੈ, ਤੇ ਇਸੇ ਤਰ੍ਹਾਂ ਰਾਏ ਬੁਲਾਰ ਜੀ ਆਪਣੇ ਮਨ ਦੇ ਵਿੱਚ ਪਾਤਸ਼ਾਹ ਜੀ ਦੇ ਪ੍ਰਤੀ ਪ੍ਰੇਮ ਭਾਵਨਾ, ਸ਼ਰਧਾ ਭਾਵਨਾ ਨੂੰ ਧਾਰਨ ਕਰਕੇ ਫਿਰ ਉਸ ਥਾਂ ਤੋਂ ਥੋੜਾ ਦੂਰ ਹਟ ਜਾਂਦੇ ਨੇ ਵੀ ਕਿਤੇ ਇਹਨਾਂ ਦੇ ਆਰਾਮ ਦੇ ਵਿੱਚ ਵਿਘਨ ਨਾ ਪੈ ਜਾਵੇ। ਇਸ ਦੇ ਨਾਲ ਮਨ ਦੇ ਵਿੱਚ ਪਿਆਰ ਭਰੀ ਸ਼ਰਧਾ ਭਾਵਨਾ ਪੈਦਾ ਕਰਕੇ ਉਸ ਅਸਥਾਨ ਤੋਂ ਰਾਏ ਬੁਲਾਰ ਜੀ ਫਿਰ ਆਪਣੇ ਨਗਰ ਵੱਲ ਨੂੰ ਚਲ ਜਾਂਦੇ ਨੇ। ਸ਼ੁਭ ਵਿਦ ਕਰਤ ਸੰਕਲਪ ਵਿਕਲਪਾ, ਦਿਨ ਪ੍ਰਤ ਜੇ ਕੋ ਹੋਏ ਭ੍ਰਮ ਅਲਪਾ। ਤੇ ਇਸੇ ਤਰ੍ਹਾਂ ਕਹਿੰਦੇ ਦਿਨ ਬ ਦਿਨ ਰਾਏ ਬੁਲਾਰ ਜੀ ਦੇ ਮਨ ਦੇ ਵਿੱਚ ਜਿੰਨੇ ਵੀ ਭਰਮ ਨੇ ਉਹ ਸਾਰੇ ਦੇ ਸਾਰੇ ਭਰਮ ਦੂਰ ਹੁੰਦੇ ਜਾਂਦੇ ਨੇ। ਦਿਨੋਂ ਦਿਨ ਪਾਤਸ਼ਾਹ ਜੀ ਦੀ ਵਡਿਆਈ ਕਰਦਾ ਰਿਹਾ ਹੈ। ਦਿਨੋਂ ਦਿਨ ਉਹ ਸ਼ੁਭ ਵਿਧੀ ਦੇ ਅਨੁਸਾਰ ਉਸਨੇ ਆਪਣੇ ਮਨ ਦੇ ਵਿੱਚ ਸੰਕਲਪ ਧਾਰ ਲਿਆ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਸ਼ਰਧਾ ਭਾਵਨਾ ਧਾਰਨ ਕਰਨ ਦੇ ਨਾਲ ਉਸ ਦੇ ਮਨ ਦੇ ਵਿੱਚ ਜਿਹੜੀ ਵੀ ਭਰਮ ਸੀ ਨਾ, ਭਰਮ ਭੁਲੇਖੇ ਸਨ, ਉਹ ਸਾਰੇ ਦੇ ਸਾਰੇ ਦਿਨ ਬ ਦਿਨ ਦੂਰ ਹੁੰਦੇ ਜਾਂਦੇ ਨੇ। ਸਦਨ ਜਾਏ ਬੈਸਿਓ ਹਰ ਖਾਈ, ਕਾਲੂਗਾ ਤਬ ਸਹਿਜ ਸੁਭਾਈ। ਇਸੇ ਤਰ੍ਹਾਂ ਕਹਿੰਦੇ ਰਾਜਾ ਰਾਏ ਬੁਲਾਰ ਜੀ ਆਪਣੇ ਸਦਨ ਵਿੱਚ ਪਹੁੰਚਦੇ ਨੇ, ਆਪਣੇ ਘਰ ਪਹੁੰਚਦੇ ਨੇ, ਤੇ ਉਸੇ ਘਰ ਦੇ ਵਿੱਚ ਜਾ ਕੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜੋ ਕੁਝ ਵੀ ਕੌਤਕ ਵਾਪਰੇ ਉਹਨਾਂ ਨੇ ਆਪਣੀ ਅੱਖੀਂ ਦੇਖੇ ਨੇ ਨਾ, ਉਹ ਆਪਣੇ ਮਨ ਦੇ ਵਿੱਚ ਰਾਏ ਬੁਲਾਰ ਜੀ ਵਿਚਾਰ ਚਰਚਾ ਕਰਦੇ ਨੇ। ਕਹਿੰਦੇ ਇੰਨੇ ਨੂੰ ਸਹਿਜ ਸੁਭਾਏ ਹੀ ਉੱਥੇ ਰਾਏ ਬੁਲਾਰ ਜੀ ਦੇ ਘਰ ਦੇ ਵਿੱਚ ਮਹਿਤਾ ਕਾਲੂ ਜੀ ਵੀ ਪਹੁੰਚ ਜਾਂਦੇ ਨੇ।
ਤੇ ਮਹਿਤਾ ਕਾਲੂ ਜੀ ਜਦੋਂ ਪਹੁੰਚਦੇ ਨੇ ਤਾਂ ਉਹਨਾਂ ਦੇ ਨਾਲ ਰਾਏ ਬੁਲਾਰ ਜੀ ਵਿਚਾਰ ਚਰਚਾ ਕਰਦੇ ਨੇ। ਸਾਦਰ ਤੇ ਸੁਭ ਠੋਰ ਬਿਠਾਇਓ, ਬਹੁਰ ਪ੍ਰੇਮ ਸੋ ਬਚਨ ਸੁਨਾਇਓ। ਤੇ ਇਸੇ ਤਰ੍ਹਾਂ ਕਹਿੰਦੇ ਰਾਏ ਬੁਲਾਰ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਬੜੇ ਸਤਿਕਾਰ ਦੇ ਨਾਲ, ਬੜੇ ਆਦਰ ਦੇ ਨਾਲ ਆਪਣੇ ਕੋਲ ਬਿਠਾਇਆ ਹੈ, ਆਪਣੇ ਨੇੜੇ ਚੰਗੀ ਥਾਂ ਦੇ ਉੱਤੇ ਬਿਠਾਇਆ ਤੇ ਬਹੁਰ ਪ੍ਰੇਮ ਸੋ ਬਚਨ ਸੁਨਾਇਓ। ਬੜੇ ਪ੍ਰੇਮ ਦੇ ਨਾਲ ਫਿਰ ਪਾਤਸ਼ਾਹ ਜੀ ਨੂੰ ਬਚਨ ਸੁਣਾਉਣੇ ਕੀਤੇ ਨੇ। ਮਹਿਤਾ ਕਾਲੂ ਜੀ ਨੂੰ ਬਚਨ ਸੁਣਾਉਣੇ ਕੀਤੇ ਨੇ ਪਾਤਸ਼ਾਹ ਜੀ ਦੇ ਪ੍ਰਤੀ, ਜੋ ਕੁਝ ਵੀ ਉਹਨਾਂ ਨੇ ਆਪਣੀ ਅੱਖੀਂ ਦੇਖਿਆ ਹੁਣ ਪਾਤਸ਼ਾਹ ਜੀ ਦੇ ਪਿਤਾ ਜੀ ਨੂੰ ਸਮਝਾਉਣਾ ਕਰਦੇ ਨੇ। ਪੂਰ ਭਾਗ ਕੋ ਭਾਜਨ ਕਾਲੂ, ਅਸ ਸੁਤ ਜਨਮੇ ਭਇਓ ਨਿਹਾਲੂ। ਤੇ ਮਹਿਤਾ ਕਾਲੂ ਜੀ ਨੂੰ ਰਾਏ ਬੁਲਾਰ ਜੀ ਆਖਦੇ ਨੇ ਵੀ ਹੇ ਮਹਿਤਾ ਕਾਲੂ ਜੀ, ਤੁਹਾਡੇ ਭਾਗ ਬਹੁਤ ਚੰਗੇ ਨੇ, ਤੁਸੀਂ ਚੰਗਿਆਂ ਭਾਗਾਂ ਵਾਲੇ ਹੋ, ਵੱਡਿਆਂ ਭਾਗਾਂ ਵਾਲੇ ਹੋ, ਤੁਸੀਂ ਚੰਗੇ ਕਰਮਾਂ ਵਾਲੇ ਹੋ। ਤੁਹਾਡੇ ਘਰ ਦੇ ਵਿੱਚ ਇਹੋ ਜਿਹਾ ਪੁੱਤਰ ਜਿਹੜਾ ਜਨਮਿਆ ਹੈ ਨਾ, ਉਸ ਦੇ ਜਨਮ ਦੇ ਨਾਲ ਤੁਸੀਂ ਨਿਹਾਲ ਹੋ ਗਏ ਹੋ। ਤੁਹਾਡੇ ਘਰ ਦੇ ਵਿੱਚ ਬਹੁਤ ਆਗਿਆਕਾਰੀ ਪੁੱਤਰ ਜਿਹੜਾ ਹੈ ਉਹ ਪੈਦਾ ਹੋਇਆ ਹੈ। ਤਦਪ ਸੁਭਾਵ ਤੁਮਾਰ ਕਠੋਰਾ, ਘੋਰਾ ਕਬ ਨਾ ਬੋਲਿਓ ਥੋਰਾ। ਤੇ ਪਰ ਤੁਹਾਡਾ ਜਿਹੜਾ ਸੁਭਾਅ ਹੈ ਨਾ ਉਹ ਕਠੋਰਤਾ ਵਾਲਾ ਹੈ। ਮਹਿਤਾ ਕਾਲੂ ਜੀ ਨੂੰ ਆਖਦੇ ਨੇ ਵੀ ਤੁਹਾਡਾ ਜਿਹੜਾ ਸੁਭਾਅ ਹੈ ਨਾ ਗੁੱਸੇ ਭਰਿਆ ਹੈ, ਕਿਉਂਕਿ ਰਾਏ ਬੁਲਾਰ ਦੇ ਕੋਲ ਮਹਿਤਾ ਕਾਲੂ ਜੀ ਨੌਕਰੀ ਕਰਦੇ ਨੇ। ਆਮ ਤੌਰ ਦੇ ਉੱਤੇ ਜਦੋਂ ਅਸੀਂ ਬਹੁਤਾ ਕਿਸੇ ਦੇ ਨਾਲ ਮਿਲਦੇ ਗਿਲਦੇ ਆ ਨਾ ਤਾਂ ਅਸੀਂ ਸਹਿਜ ਸੁਭਾਅ ਹੀ ਉਸ ਵਿਅਕਤੀ ਦੇ ਸੁਭਾਅ ਤੋਂ ਜਾਣੂ ਹੋ ਜਾਂਦੇ ਹਾਂ ਵੀ ਭਾਈ ਇਸ ਦਾ ਸੁਭਾਅ ਕਿਹੋ ਜਿਹਾ ਹੈ। ਹੁਣ ਰਾਏ ਬੁਲਾਰ ਦੇ ਕੋਲ ਨੌਕਰੀ ਕਰਦੇ ਨੇ, ਮਹਿਤਾ ਕਾਲੂ ਜੀ ਨੂੰ ਆਖਦੇ ਨੇ ਵੀ ਤੁਹਾਡਾ ਸੁਭਾਅ ਜਿਹੜਾ ਹੈ ਨਾ ਉਹ ਕਠੋਰਤਾ ਭਰਿਆ ਹੈ, ਗੁੱਸੇ ਵਾਲਾ ਸੁਭਾਅ ਹੈ। ਮਤਾ ਕਿਤੇ ਗੁੱਸੇ ਦੇ ਵਿੱਚ ਆ ਕੇ ਆਪਣੇ ਪੁੱਤਰ ਨੂੰ ਥੋੜਾ ਜਿੰਨਾ ਵੀ ਕਿਤੇ ਮਾੜਾ ਨਾ ਆਖ ਦਿਓ, ਥੋੜਾ ਜਿੰਨਾ ਵੀ ਇਹਨਾਂ ਨੂੰ ਗੁੱਸੇ ਦੇ ਵਿੱਚ ਨਾ ਆਖ ਦਿਓ। ਉਹ ਤਾਂ ਰੱਬੀ ਅਵਤਾਰ ਹੈ, ਰੱਬੀ ਰੂਹ ਹੈ। ਤੇ ਸਦਕਾ ਕਰ ਇਹ ਮਮ ਨਗਰੀ, ਪਾਵਨ ਹੋਤ ਬਸਤ ਸੁਖ ਸਗਦੀ। ਤੇ ਕਹਿੰਦੇ ਤੁਹਾਡੇ ਪੁੱਤਰ ਦੇ ਕਰਕੇ, ਹੁਣ ਰਾਜਾ ਰਾਏ ਬੁਲਾਰ ਜੀ ਮਹਿਤਾ ਕਾਲੂ ਜੀ ਨੂੰ ਆਖਦੇ ਨੇ, ਕਹਿੰਦੇ ਤੁਹਾਡੇ ਪੁੱਤਰ ਦੇ ਕਰਕੇ ਮੇਰੀ ਨਗਰੀ ਜਿਹੜੀ ਹੈ ਨਾ ਇਹ ਤਲਵੰਡੀ ਨਗਰ ਹੈ, ਰਾਏ ਭੋਏ ਦੀ ਤਲਵੰਡੀ ਹੈ, ਤੁਹਾਡੇ ਪੁੱਤਰ ਦੇ ਕਰਕੇ ਹੀ ਵਸਦੀ ਹੈ। ਤੁਹਾਡੇ ਪੁੱਤਰ ਦੇ ਕਰਕੇ ਹੀ ਇਸ ਨਗਰ ਦੇ ਵਿੱਚ ਸੁੱਖ ਵਰਤਦੇ ਨੇ। ਹੁਣ ਰਾਏ ਭੋਏ ਰਾਏ ਬੁਲਾਰ ਦੇ ਪਿਤਾ ਜੀ ਨੇ, ਰਾਏ ਬੁਲਾਰ ਦੇ ਪਿਤਾ ਦੇ ਨਾਂ ਦੇ ਉੱਤੇ ਇਸ ਨਗਰ ਦਾ ਨਾਂ ਪਿਆ ਸੀ ਰਾਏ ਭੋਏ ਦੀ ਤਲਵੰਡੀ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਕਰਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਸ਼ਰਧਾ ਭਾਵਨਾ, ਪ੍ਰੇਮ ਭਾਵਨਾ ਹੋਣ ਦੇ ਕਾਰਨ ਰਾਏ ਬੁਲਾਰ ਜੀ ਨੇ ਉਸ ਨਗਰ ਦਾ ਨਾਂ ਰਾਏ ਭੋਏ ਦੀ ਤਲਵੰਡੀ ਤੋਂ ਹਟਾ ਕੇ ਨਨਕਾਣਾ ਕਰ ਦਿੱਤਾ ਸੀ। ਨਨਕਾਣਾ ਸਾਹਿਬ ਅੱਜ ਅਸੀਂ ਸਤਿਕਾਰ ਦੇ ਨਾਲ ਆਖਦੇ ਹਾਂ ਵੀ ਇਸ ਅਸਥਾਨ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਆਗਮਨ ਹੋਇਆ ਹੈ। ਤੇ ਰਾਏ ਬੁਲਾਰ ਜੀ ਆਖਦੇ ਨੇ ਮਹਿਤਾ ਕਾਲੂ ਜੀ ਨੂੰ, ਤੁਹਾਡੇ ਪੁੱਤਰ ਦੀ ਬਦੌਲਤ ਮੈਂ ਨਗਰ ਦੇ ਵਿੱਚ ਸਾਰੇ ਲੋਕ ਜਿਹੜੇ ਨੇ ਉਹ ਸੁੱਖ ਪ੍ਰਾਪਤ ਕਰ ਰਹੇ ਨੇ। ਇਸ ਦੇ ਨਾਲ ਹੀ ਨਗਰੀ ਜਿਹੜੀ ਹੈ ਉਹ ਭਲੀ ਵਸਦੀ ਹੈ। ਭੂਲ ਨ ਕੀਜੈ ਕਬਹਿ ਅਨਾਦਰ, ਅਸਨ ਬਸਨ ਦੀਜੈ ਸੁਖ ਸਾਦਰ। ਤੇ ਕਹਿੰਦੇ ਕਦੇ ਵੀ ਭੁੱਲ ਕੇ ਆਪਣੇ ਪੁੱਤਰ ਦਾ ਨਿਰਾਦਰ ਨਾ ਕਰਿਓ, ਕਦੇ ਵੀ ਉਸ ਨੂੰ ਮਾੜਾ ਨਾ ਆਖਿਓ, ਕਦੇ ਵੀ ਉਸ ਦੀ ਜੀਵਨ ਦੇ ਵਿੱਚ ਤੁਸੀਂ ਉਹਨੂੰ ਮਾੜਾ ਚੰਗਾ ਨਹੀਂ ਆਖਣਾ, ਉਹਦੀ ਵਡਿਆਈ ਕਰਨੀ ਹੈ। ਤੇ ਕਹਿੰਦੇ ਜੋ ਕੁਝ ਵੀ ਤੁਹਾਡੇ ਪੁੱਤਰ ਨੂੰ ਚਾਹੀਦਾ ਹੋਵੇ ਨਾ, ਅਸਣ ਦਾ ਭਾਵ ਹੈ ਭੋਜਨ, ਬਸਣ ਦਾ ਭਾਵ ਹੁੰਦਾ ਬਸਤਰ। ਤੁਹਾਡੇ ਪੁੱਤਰ ਨੂੰ ਜਿਹੋ ਜਿਹਾ ਭੋਜਨ ਚਾਹੀਦਾ ਹੈ, ਜਿਹੋ ਜਿਹਾ ਬਸਤਰ ਚਾਹੀਦੇ ਨੇ, ਕੱਪੜੇ ਚਾਹੀਦੇ ਨੇ ਪਹਿਨਣ ਦੇ ਵਾਸਤੇ, ਤੇ ਉਹਨਾਂ ਨੂੰ ਉਹੋ ਜਿਹਾ ਸਾਰਾ ਕੁਝ ਪ੍ਰਦਾਨ ਕਰਨਾ ਹੈ। ਉਹਨਾਂ ਨੂੰ ਆਦਰ ਸਤਿਕਾਰ ਦੇ ਨਾਲ ਰੱਖਣਾ, ਉਹਨਾਂ ਨੂੰ ਮਾੜਾ ਨਹੀਂ ਆਖਣਾ। ਜਾਮਾ ਮੋਹੇ ਤੁਰਕ ਕੋ ਆਹੀ, ਭੋਜਨ ਬਨੇ ਨ ਮਮ ਘਰ ਮਾਹੀ। ਤੇ ਕਹਿੰਦਾ ਮੈਂ ਤੁਰਕਾਂ ਦੇ ਘਰ ਦੇ ਵਿੱਚ ਜਨਮ ਲਿਆ। ਰਾਏ ਬੁਲਾਰ ਜੀ ਆਖਦੇ ਨੇ ਤੁਰਕ ਦਾ ਭਾਵ ਹੁੰਦਾ ਇਸਲਾਮ ਮਤ ਦੇ ਨਾਲ ਸੰਬੰਧਿਤ ਰੱਖਣ ਵਾਲੇ। ਕਹਿੰਦੇ ਮੈਂ ਤੁਰਕਾਂ ਦੇ ਘਰ ਦੇ ਵਿੱਚ ਜਨਮ ਲਿਆ ਹੈ, ਇਸ ਕਰਕੇ ਮੈਂ ਤੁਹਾਡੇ ਪੁੱਤਰ ਨੂੰ ਆਪਣੇ ਘਰ ਦੇ ਵਿੱਚ ਨਹੀਂ ਰੱਖ ਸਕਦਾ। ਜੇ ਮੇਰਾ ਬਸ ਚੱਲਦਾ ਹੁੰਦਾ ਨਾ, ਜੇ ਮੇਰਾ ਧਰਮ ਇਜਾਜ਼ਤ ਦਿੰਦਾ ਹੁੰਦਾ ਤਾਂ ਮੈਂ ਤੁਹਾਡੇ ਪੁੱਤਰ ਨੂੰ ਆਪਣੇ ਘਰ ਦੇ ਵਿੱਚ ਰੱਖ ਲੈਂਦਾ। ਹਰੇਕ ਤਰ੍ਹਾਂ ਦੀ ਲੋੜ, ਹਰੇਕ ਤਰ੍ਹਾਂ ਦੀ ਜ਼ਰੂਰਤ ਮੈਂ ਪੂਰੀ ਕਰਦਾ, ਸੋਹਣੇ ਵਸਤਰ ਪਹਿਨਾ ਕੇ ਰੱਖਦਾ, ਚੰਗੇ ਤਰੀਕੇ ਦਾ ਭੋਜਨ ਵੀ ਉਹਨਾਂ ਨੂੰ ਰੋਜ਼ ਛਕਾਉਂਦਾ। ਤੇ ਰਾਏ ਬੁਲਾਰ ਜੀ
ਮਹਿਤਾ ਕਾਲੂ ਜੀ ਨੂੰ ਆਖਦੇ ਨੇ ਵੀ ਮੇਰੇ ਵੱਸ ਦੀ ਗੱਲ ਨਹੀਂ ਤਾਂ ਮੈਂ ਆਪਣੇ ਘਰ ਦੇ ਵਿੱਚ ਹੀ ਰੱਖ ਲੈਣਾ ਸਹੀ। ਨਤ ਰਾਖੋ ਸਾਦਰ ਨਿਜ ਸਦਮਾ, ਸੁਪਲ ਜਨਮ ਸੇਵੇ ਪਦ ਪਦਮਾ। ਤੇ ਕਹਿੰਦੇ ਮੇਰਾ ਧਰਮ ਇਜਾਜ਼ਤ ਨਹੀਂ ਦਿੰਦਾ, ਮੈਂ ਆਪਣੇ ਘਰ ਰੱਖਦਾ, ਸੁਫਲ ਜਨਮ ਸੇਵੇ ਪਦ ਪਦਮਾ। ਤੇ ਕਹਿੰਦਾ ਫਿਰ ਉਹਨਾਂ ਦੇ ਚਰਨਾਂ ਦੀ ਸੇਵਾ ਕਰਕੇ ਦਿਨ ਰਾਤ ਉਹਨਾਂ ਦੀ ਸੇਵਾ ਕਰਦਾ, ਉਹਨਾਂ ਦੀ ਸੰਗਤ ਕਰਦਾ, ਤੇ ਜਿਸ ਦੇ ਨਾਲ ਮੇਰਾ ਜਿਹੜਾ ਜਨਮ ਸੀ ਨਾ ਉਹ ਸਫਲਾ ਹੋ ਜਾਂਦਾ। ਤੇ ਮਾਫ ਕਰਨਾ, ਅਸੀਂ ਸਿੱਖਾਂ ਦੇ ਘਰ ਦੇ ਵਿੱਚ ਵੀ ਜਨਮ ਲੈ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਰੋਜ਼ਾਨਾ ਸੀਸ ਵੀ ਝੁਕਾਉਂਦੇ ਹਾਂ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੀ ਕਥਾ ਵੀ ਸਰਵਣ ਕਰਦੇ ਹਾਂ, ਪਰ ਅਸੀਂ ਕਦੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਕਰਨ ਬਾਰੇ ਨਹੀਂ ਸੋਚਿਆ ਵੀ ਉਹਨਾਂ ਦੀ ਸੇਵਾ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ। ਕਿਉਂਕਿ ਅੱਜ ਸਾਡੇ ਵਿੱਚ ਸਰੀਰਕ ਕਰਕੇ ਬੇਸ਼ੱਕ ਨਹੀਂ, ਪਰ ਉਹਨਾਂ ਦੀ ਵਿਚਾਰਧਾਰਾ ਦੇ ਉੱਤੇ ਚੱਲ ਕੇ ਅਸੀਂ ਅੱਜ ਵੀ ਉਹਨਾਂ ਦੇ ਬਚਨ ਪੁਗਾ ਸਕਦੇ ਹਾਂ, ਅੱਜ ਵੀ ਅਸੀਂ ਉਹਨਾਂ ਦੀ ਸੇਵਾ ਕਰ ਸਕਦੇ ਹਾਂ। ਕਿਵੇਂ? ਜੋ ਪਾਤਸ਼ਾਹ ਜੀ ਉਪਦੇਸ਼ ਕਰਕੇ ਗਏ ਨੇ, ਭਾਈ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਆਪਣੇ ਜੀਵਨ ਦੇ ਵਿੱਚ ਇਹ ਤਿੰਨੇ ਗੁਣ ਜਿਹੜੇ ਨੇ ਅਸੀਂ ਲਾਗੂ ਕਰੀਏ ਤਾਂ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਡੇ ਤੋਂ ਖੁਸ਼ ਹੋਣਗੇ, ਸਾਡੀ ਝੋਲੀ ਬਰਕਤਾਂ ਪਾਉਣਗੇ ਜਦੋਂ ਅਸੀਂ ਇਹਨਾਂ ਤਿੰਨਾਂ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਾਂਗੇ। ਦੂਜੇ ਮੱਤ ਦੇ ਲੋਕ, ਇਸਲਾਮ ਮੱਤ ਦੇ ਨਾਲ ਸੰਬੰਧਿਤ ਰੱਖਣ ਵਾਲਾ ਰਾਜਾ ਰਾਏ ਬੁਲਾਰ ਇੱਥੋਂ ਤੱਕ ਆਖਦਾ ਕਿ ਮੇਰੇ ਤਾਂ ਵੱਸ ਦੀ ਗੱਲ ਨਹੀਂ, ਮੈਂ ਇਹਨਾਂ ਨੂੰ ਘਰ ਲੈ ਜਾ ਕੇ ਇਹਨਾਂ ਦੀ ਜਦੋਂ ਸੇਵਾ ਭਾਵਨਾ ਕਰਦਾ ਨਾ, ਤਾਂ ਇਹਨਾਂ ਦੀ ਜਦੋਂ ਮੈਂ ਸੰਗਤ ਕਰਦਾ ਤਾਂ ਮੈਂ ਇਹ ਸਮਝਦਾ ਮੇਰਾ ਜਨਮ ਸਫਲਾ ਹੋ ਗਿਆ। ਪੋਸ਼ਿਸ਼ ਸੁੰਦਰ ਦਿਓ ਬਨਵਾਈ, ਲੈ ਜਾਵੋ ਕਾਲੂ ਪਹਿਰਾਈ। ਤੇ ਕਹਿੰਦੇ ਮੈਂ ਤੁਹਾਡੇ ਪੁੱਤਰ ਦੇ ਵਾਸਤੇ ਸੋਹਣੀ ਪੁਸ਼ਾਕ ਤਿਆਰ ਕਰਵਾਈ ਹੈ, ਸੋਹਣੇ ਬਸਤਰ ਤਿਆਰ ਕਰਵਾਏ ਨੇ। ਮੈਂ ਤਾਂ ਕਾਲੂ ਜੀ ਆ ਤੁਸੀਂ ਬਸਤਰ ਲੈ ਜਾਵੋ, ਆਦਰ ਸਤਿਕਾਰ ਦੇ ਨਾਲ ਆਪਣੇ ਪੁੱਤਰ ਨੂੰ ਇਹ ਬਸਤਰ ਪਹਿਨਾ ਦੇਣਾ। ਹੁਣ ਰਾਏ ਬੁਲਾਰ ਬੜੀ ਸ਼ਰਧਾ ਭਾਵਨਾ ਰੱਖਦਾ ਪਾਤਸ਼ਾਹ ਜੀ ਦੇ ਪ੍ਰਤੀ, ਬੜਾ ਪ੍ਰੇਮ ਹੈ, ਤੇ ਜਿਸ ਵਾਸਤੇ ਉਹਨਾਂ ਨੇ ਰਾਏ ਬੁਲਾਰ ਜੀ ਨੇ ਸੋਹਣੀ ਪੁਸ਼ਾਕ ਤਿਆਰ ਕਰਵਾ ਕੇ ਭੇਜੀ ਹੈ ਮਹਿਤਾ ਕਾਲੂ ਜੀ ਦੇ ਹੱਥੋਂ। ਜੋ ਆਵੇ ਤਿਨ ਕਾਜ ਪਦਾਰਥ, ਸੋ ਮੈਂ ਗਣਿਓ ਭਇਓ ਸਕਾਰਥ। ਕਹਿੰਦਾ ਜਿੰਨੇ ਵੀ ਮੇਰੇ ਘਰ ਦੇ ਵਿੱਚ ਪਦਾਰਥ ਨੇ, ਚਾਹੇ ਉਹ ਧਨ ਦੌਲਤ ਹੈ, ਚਾਹੇ ਹੋਰ ਵੀ ਕਿਸੇ ਵੀ ਤਰ੍ਹਾਂ ਦੇ ਪਦਾਰਥ ਨੇ, ਕਹਿੰਦਾ ਜਿਹੜਾ ਵੀ ਪਦਾਰਥ ਤੁਹਾਡੇ ਪੁੱਤਰ ਦੇ ਕੰਮ ਆ ਸਕੇ ਨਾ, ਜੇਕਰ ਮੇਰੇ ਘਰ ਦੇ ਵਿੱਚ ਕੋਈ ਵੀ ਪਦਾਰਥ ਉਹਨਾਂ ਦੇ ਯੋਗ ਹੋਵੇ, ਉਹਨਾਂ ਦੇ ਵਰਤਨ ਯੋਗ ਹੋਵੇ, ਉਹ ਵਰਤ ਲੈਣ। ਕਹਿੰਦਾ ਮੈਂ ਸਮਝਾਂਗਾ ਵੀ ਮੈਂ ਸਫਲ ਹੋ ਗਿਆ, ਮੇਰੀ ਕੀਤੀ ਹੋਈ ਕਮਾਈ ਸਫਲ ਹੋ ਗਈ। ਇੱਕ ਕਿਣਕਾ ਮਾਤਰ ਵੀ ਪਦਾਰਥ ਜੇਕਰ ਉਹਨਾਂ ਦੇ ਜੀਵਨ ਦੇ ਵਿੱਚ ਵਰਤਨ ਯੋਗ ਹੋਵੇ ਤੇ ਉਹ ਜੇਕਰ ਮੇਰੇ ਕੋਲੋਂ ਲੈ ਕੇ ਵਰਤ ਲੈ। ਸੁਣ ਬੁਲਾਰ ਕੀ ਅਸਬਿਦ ਬਾਣੀ, ਸ਼ਰਦਾ ਪ੍ਰੇਮ ਵਿਖੇ ਲਪਟਾਣੀ। ਰਾਏ ਬੁਲਾਰ ਦੀ ਜਿਹੜੇ ਬਚਨ ਆਖਦੇ ਨੇ ਇਹ ਸ਼ਰਧਾ ਭਾਵਨਾ ਦੇ ਵਿੱਚ ਭਿੱਜ ਕੇ ਸਾਰੇ ਬਚਨ ਆਖਦੇ ਨੇ, ਪ੍ਰੇਮ ਦੇ ਵਿੱਚ ਭਿੱਜ ਕੇ ਇਹ ਸਾਰੀ ਜਿਹੜੀ ਬੋਲ ਬਾਣੀ ਹੈ ਮਹਿਤਾ ਕਾਲੂ ਜੀ ਨੂੰ ਸੁਣਾਉਂਦੇ ਨੇ। ਜੀਵਨ ਦੇ ਵਿੱਚ ਪ੍ਰੇਮ ਸ਼ਰਧਾ ਭਾਵਨਾ ਹੋਣੀ ਬਹੁਤ ਜ਼ਰੂਰੀ ਹੈ ਭਾਈ। ਸ਼ਰਧਾ ਭਾਵਨਾ ਤੋਂ ਬਿਨਾਂ ਅਸੀਂ ਅਧੂਰੇ ਹਾਂ। ਸਾਡੇ ਵੀ ਜੀਵਨ ਦੇ ਵਿੱਚ ਸ਼ਰਧਾ ਭਾਵਨਾ ਹੋਣੀ ਚਾਹੀਦੀ ਗੁਰੂ ਪ੍ਰਤੀ, ਜਿਸ ਤਰ੍ਹਾਂ ਰਾਏ ਬੁਲਾਰ ਜੀ ਕਰਦੇ ਨੇ। ਇਹ ਸ਼ਰਧਾ ਭਾਵਨਾ ਦੇ ਵਿੱਚ ਆ ਕੇ ਹੀ ਸਾਰੇ ਬਚਨ ਰਾਏ ਬੁਲਾਰ ਜੀ ਆਖਦੇ ਨੇ। ਬੋਲਿਓ ਹਾਥ ਜੋਰ ਤਬ ਕਾਲੂ, ਜਾਂ ਕੋ ਮਾਇਆ ਮੋਹ ਵਿਸਾਲੂ। ਤੇ ਰਾਏ ਬੁਲਾਰ ਜੀ ਨੇ ਜੋ ਕੁਝ ਵੀ ਆਖਿਆ ਸੀ ਨਾ, ਮਹਿਤਾ ਕਾਲੂ ਜੀ ਉਹਨਾਂ ਦੇ ਅੱਗੇ ਹੱਥ ਜੋੜ ਕੇ ਖੜੇ ਹੋ ਗਏ ਵੀ ਤੁਹਾਡਾ ਬਹੁਤ ਬਹੁਤ ਸ਼ੁਕਰ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਜੋ ਕੁਝ ਵੀ ਮੇਰੇ ਪੁੱਤਰ ਦੇ ਪ੍ਰਤੀ ਆਖਿਆ ਵੀ ਕਿਸੇ ਵੀ ਚੀਜ਼ ਦੀ ਲੋੜ ਹੋਈ ਤਾਂ ਮੇਰੇ ਘਰੋਂ ਲੈ ਜਾਇਓ। ਕਹਿੰਦੇ ਪਰ ਮੇਰੇ ਘਰ ਦੇ ਵਿੱਚ ਕਿਸੇ ਚੀਜ਼ ਦੀ ਤੋਟ ਨਹੀਂ, ਮੇਰੇ ਘਰ ਦੇ ਵਿੱਚ ਸਾਰਾ ਕੁਝ ਹੈ। ਜੋ ਕੁਝ ਵੀ ਮੇਰੇ ਪੁੱਤਰ ਦੀ ਲੋੜੀਂਦੀਆਂ ਵਸਤੂਆਂ ਨੇ ਨਾ, ਜੋ ਕੁਝ ਵੀ ਉਹਨਾਂ ਦੀਆਂ ਲੋੜੀਂਦੀਆਂ ਜ਼ਰੂਰਤਾਂ ਨੇ, ਉਸ ਦੇ ਮੁਤਾਬਕ ਮੇਰੇ ਘਰ ਦੇ ਵਿੱਚ ਹਰ ਇੱਕ ਵਸਤੂ ਹੈ। ਮੇਰੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਤੋਟ ਨਹੀਂ। ਮਹਿਤਾ ਕਾਲੂ ਜੀ ਰਾਏ ਬੁਲਾਰ ਜੀ ਨੂੰ ਆਖਦੇ ਨੇ, ਤੁਝ ਕਰੁਣਾ ਕਰ ਮੁਝ ਘਰ ਸਰਬਾ, ਆਹੇ ਪਦਾਰਥ ਦੇ ਬਹੁ ਦਰਬਾ। ਤੇ ਕਹਿੰਦੇ ਤੁਹਾਡੇ ਕਾਰਨ ਹੀ ਮੇਰੇ ਘਰ ਦੇ ਵਿੱਚ ਸਾਰੇ ਪਦਾਰਥ ਨੇ, ਤੁਹਾਡਾ ਦਿੱਤਾ ਹੋਇਆ ਹੀ ਮੇਰੇ ਘਰ ਦੇ ਵਿੱਚ ਪੈਸਾ ਵੀ ਹੈ, ਧਨ ਵੀ ਹੈ, ਮੇਰੇ ਘਰ ਦੇ ਵਿੱਚ ਹੋਰ ਵੀ ਸਾਰੇ ਪਦਾਰਥ ਨੇ। ਕਿਉਂ? ਕਿਉਂਕਿ ਰਾਏ ਬੁਲਾਰ ਜੀ ਦੇ ਕੋਲ ਨੌਕਰੀ ਕਰਦੇ ਨੇ ਨਾ, ਇਸ ਕਰਕੇ ਮਹਿਤਾ ਕਾਲੂ ਜੀ ਉਹਨਾਂ ਨੂੰ ਇਹ ਬਚਨ ਆਖਦੇ ਨੇ ਵੀ ਭਾਈ ਤੁਹਾਡਾ ਦਿੱਤਾ ਸਾਰਾ ਕੁਝ ਹੀ ਹੈ,
ਇਸ ਕਰਕੇ ਮੇਰੇ ਘਰ ਦੇ ਵਿੱਚ ਨਾ ਹੀ ਕਿਸੇ ਪਦਾਰਥਾਂ ਦੀ ਕਮੀ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੀ ਧਨ ਦੌਲਤ ਦੀ ਕਮੀ ਹੈ। ਕਿਸੂ ਬਸਤ ਕੀ ਕਮੀ ਨਾ ਮੇਰੇ, ਅਧਿਕ ਧਾਮ ਤਨ ਮਾਲਕ ਨੇਰੇ। ਕਿਸੇ ਵੀ ਚੀਜ਼ ਦੀ ਤੋਟ ਨਹੀਂ ਹੈ। ਮੇਰੇ ਘਰ ਦੇ ਵਿੱਚ ਜਿਹੜਾ ਕੁਝ ਵੀ ਪਦਾਰਥ ਨੇ ਨਾ ਬਥੇਰੇ ਨੇ, ਬਹੁਤਾਂਤ ਗਿਣਤੀ ਦੇ ਵਿੱਚ ਪਦਾਰਥ ਮੇਰੇ ਘਰ ਦੇ ਵਿੱਚ ਨੇ। ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਮੇਰੇ ਘਰ ਦੇ ਵਿੱਚ ਤੋਟ ਨਹੀਂ ਹੈ। ਤਦਪ ਬਦਤ ਮੁਝ ਨਿਤ ਨਿਤ ਚਿੰਤਾ, ਨਿਸ ਦਿਨ ਬੀਤਹਿ ਗਟੀ ਗੁਣੰਤਾ। ਕਹਿੰਦੇ ਮੇਰੇ ਚਿੱਤ ਦੇ ਵਿੱਚ, ਮੈਂ ਤਾਂ ਕਾਲੂ ਜੀ ਆਖਦੇ ਨੇ ਹੁਣ ਰਾਏ ਬੁਲਾਰ ਨੂੰ, ਕਹਿੰਦੇ ਮੇਰੇ ਮਨ ਦੇ ਵਿੱਚ ਇੱਕ ਚਿੰਤਾ ਦਿਨੋਂ ਦਿਨ ਵੱਧਦੀ ਜਾਂਦੀ ਹੈ। ਇਸ ਚਿੰਤਾ ਨੂੰ ਲੈ ਕੇ ਨਿਸ ਦਿਨ ਦਾ ਭਾਵ ਹੈ ਹਰ ਰੋਜ਼ ਹਰ ਵੇਲੇ, ਬੀਤੇ ਗਟੀ ਗੁਣਤਾ। ਤੇ ਮੈਂ ਕਹਿੰਦੇ ਦਿਨੋਂ ਦਿਨ ਇਹੀ ਗਿਣਤੀਆਂ ਗਿਣਦਿਆਂ ਹੀ ਆਪਣੇ ਜਿਹੜੇ ਦਿਨ ਨੇ ਉਹ ਬਿਤਾ ਰਿਹਾ ਹਾਂ। ਮੇਰੇ ਜ਼ਿੰਦਗੀ ਦੇ ਦਿਨ ਇੱਕ ਚਿੰਤਾ ਦੇ ਨਾਲ ਹੀ ਬੀਤ ਰਹੇ ਨੇ। ਤੁਮ ਨਾਨਕ ਕੀ ਕਰਤ ਵਡਾਈ, ਮੈਂ ਨਾ ਲਖੀ ਤੇ ਮਤ ਕਹਿ ਥਾਈ। ਕਹਿੰਦੇ ਤੁਸੀਂ ਸਾਰੇ ਜਾਣੇ ਗੁਰੂ ਨਾਨਕ ਸਾਹਿਬ ਜੀ ਦੀ, ਹੁਣ ਮੈਂ ਤਾਂ ਕਾਲੂ ਜੀ ਆਖਦੇ ਨੇ ਵੀ ਤੁਸੀਂ ਸਾਰੇ ਜਾਣੇ ਮੇਰੇ ਪੁੱਤਰ ਨਾਨਕ ਦੀ ਵਡਿਆਈ ਕਰਦੇ ਹੋ। ਜਿੱਥੇ ਕਿਤੇ ਵੀ ਜਾਣਾ, ਪੰਡਿਤ ਹਰਦਿਆਲ ਦੇ ਕੋਲ ਉਲਾਂਭਾ ਲੈ ਕੇ ਗਿਆ, ਉਹ ਵੀ ਆਖ ਰਹੇ ਨੇ ਵੀ ਤੁਹਾਡੇ ਪੁੱਤਰ ਦੀ ਬਹੁਤ ਜੈ ਜੈਕਾਰ ਹੋ ਰਹੀ ਹੈ, ਤੁਹਾਡਾ ਪੁੱਤਰ ਬਹੁਤ ਗੁਣਵਾਨ ਹੈ, ਗੁਣਾਂ ਦੀ ਖਾਣ ਹੈ, ਸੁੱਖਾਂ ਦਾ ਘਰ ਹੈ। ਤੁਹਾਡੇ ਕੋਲ ਆਇਆ, ਤੁਸੀਂ ਵੀ ਇਹੀ ਗੱਲਾਂ ਆਖਦੇ ਹੋ, ਇਹੀ ਬਚਨ ਕਰਦੇ ਹੋ ਵੀ ਤੁਸੀਂ ਆਪਣੇ ਪੁੱਤਰ ਨੂੰ ਮੰਦਾ ਨਹੀਂ ਆਖਣਾ, ਉਸ ਦੀ ਵਡਿਆਈ ਕਰਨੀ ਹੈ, ਉਸ ਦਾ ਆਦਰ ਕਰਨਾ ਹੈ। ਪਰ ਕਹਿੰਦੇ ਮੇਰੇ ਮਨ ਦੇ ਵਿੱਚ ਇੱਕ ਚਿੰਤਾ ਹੈ, ਤੁਸੀਂ ਸਾਰੇ ਤਾਂ ਉਹਨਾਂ ਦੀ ਵਡਿਆਈ ਕਰਦੇ ਹੋ, ਕਹਿੰਦੇ ਪਰ ਮੈਂ ਅੱਜ ਤੱਕ ਉਹਨਾਂ ਦੇ ਵਿੱਚ ਇਹੋ ਜਿਹੀ ਬੁੱਧੀ ਨਹੀਂ ਦੇਖੀ, ਇਹੋ ਜਿਹਾ ਕੁਝ ਵੀ ਨਹੀਂ ਦੇਖਿਆ ਵੀ ਜਿਹੜੀਆਂ ਗੱਲਾਂ ਤੁਸੀਂ ਮੈਨੂੰ ਦੱਸ ਰਹੇ ਹੋ ਨਾ, ਮੈਂ ਆਪਣੀਆਂ ਅੱਖਾਂ ਦੇ ਨਾਲ ਕਦੇ ਨਹੀਂ ਦੇਖਿਆ। ਪਤਾ ਨਹੀਂ ਤੁਸੀਂ ਇਹ ਝੂਠ ਆਖ ਰਹੇ ਹੋ, ਪਤਾ ਨਹੀਂ ਕੀ ਗੱਲ ਹੈ, ਪਰ ਮੈਂ ਉਹਨਾਂ ਦੇ ਵਿੱਚ ਇਹੋ ਜਿਹਾ ਗੁਣ ਨਹੀਂ ਦੇਖਿਆ। ਜੇ ਕ੍ਰਿਤ ਕੇ ਤਤ ਬਰ ਥਿਰ ਕੀਨਾ, ਕੋ ਨ ਸਵਾਰੀ ਕੀਨੀ ਹੀਨਾ। ਤੇ ਕਹਿੰਦੇ ਵੀ ਜੋ ਕੁਝ ਵੀ ਮੈਂ ਇਸ ਜਨਮ ਦੇ ਵਿੱਚ ਘਰ ਦੇ ਵਿੱਚ ਕਮਾਈ ਕੀਤੀ ਸੀ, ਕਹਿੰਦੇ ਮੈਂ ਜੋ ਕੁਝ ਵੀ ਸਵਾਰਿਆ ਸੀ ਨਾ, ਮੇਰੇ ਪੁੱਤਰ ਨੇ ਅੱਜ ਤੱਕ ਵਿਗਾੜਿਆ ਹੀ ਹੈ। ਮੈਂ ਆਪ ਜੀ ਦੇ ਨਾਲ ਪਿਛਲੇ ਦੀਵਾਨਾਂ ਦੇ ਵਿੱਚ ਵੀ ਬੇਨਤੀ ਕੀਤੀ ਸੀ ਕਿ ਮਨੁੱਖ ਦਾ ਸੁਭਾਅ ਹੁੰਦਾ ਹੈ ਕਿ ਚੰਗਿਆਈ ਧਾਰਨ ਕਰਨੀ ਜਾਂ ਬੁਰਿਆਈ ਧਾਰਨ ਕਰਨੀ। ਜਿਨ੍ਹਾਂ ਦੇ ਜੀਵਨ ਦੇ ਵਿੱਚ ਚੰਗਿਆਈ ਧਾਰਨ ਕਰਨ ਦਾ ਸੁਭਾਅ ਹੈ, ਉਹ ਜਿੱਥੇ ਕਿਤੇ ਵੀ ਜਾਣਗੇ, ਜਿੰਨੀ ਵੀ ਮਾੜੀ ਥਾਂ ਹੋਵੇ, ਉਸ ਥਾਂ ਦੇ ਵਿੱਚ ਜਾ ਕੇ ਵੀ ਚੰਗਾ ਲੱਭਣ ਦਾ ਯਤਨ ਕਰਨਗੇ। ਪਰ ਜਿਨ੍ਹਾਂ ਨੇ ਸੁਭਾਅ ਦੇ ਵਿੱਚ ਬੁਰਿਆਈ ਧਾਰਨ ਕੀਤੀ ਹੈ ਨਾ, ਉਹ ਸੰਗਤ ਦੇ ਵਿੱਚ ਆ ਕੇ ਵੀ ਨੁਕਤਾਚੀਨੀਆਂ ਕਰਨਗੇ, ਕਿਉਂਕਿ ਸੰਗਤ ਤੋਂ ਵੱਡੀ ਹੋਰ ਕੋਈ ਥਾਂ ਨਹੀਂ ਜਿੱਥੇ ਮਨੁੱਖ ਦਾ ਸੁਧਾਰ ਹੁੰਦਾ ਹੈ। ਉਹ ਸੰਗਤ ਦੇ ਵਿੱਚ ਆ ਕੇ, ਗੁਰੂ ਘਰ ਦੇ ਵਿੱਚ ਆ ਕੇ ਵੀ ਬੁਰੀਆਂ ਚੀਜ਼ਾਂ ਲੱਭਣਗੇ ਜਾਂ ਨੁਕਤਾਚੀਨੀ ਵਾਲੀਆਂ ਚੀਜ਼ਾਂ ਲੱਭਣਗੇ। ਮਾੜੀ ਮਾੜੀ ਗੱਲ ਉੱਤੇ ਟੋਕਾ ਟਕਾਈ ਕਰਨੀ ਜ਼ਿਆਦਾ ਪਸੰਦ ਕਰਦੇ ਨੇ। ਇਹ ਮਨੁੱਖ ਦਾ ਸੁਭਾਅ ਹੁੰਦਾ ਹੈ। ਇਸੇ ਤਰ੍ਹਾਂ ਮਹਿਤਾ ਕਾਲੂ ਜੀ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਉਸ ਪੱਖ ਤੋਂ ਹੀ ਦੇਖਦੇ ਨੇ ਵੀ ਮੇਰਾ ਇਸਨੇ ਇਕੱਲਾ ਨੁਕਸਾਨ ਹੀ ਕੀਤਾ। ਦੂਜੇ ਪਾਸੇ ਰਾਏ ਬੁਲਾਰ ਦੇ ਦੇਖਣ ਦਾ ਨਜ਼ਰੀਆ ਹੋਰ ਤਰੀਕੇ ਦਾ। ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਔਗਣ ਨਹੀਂ ਦੇਖਦਾ। ਹਾਲਾਂਕਿ ਪਾਤਸ਼ਾਹ ਜੀ ਜੋ ਕੁਝ ਵੀ ਮਹਿਤਾ ਕਾਲੂ ਜੀ ਨੂੰ ਉਹਨਾਂ ਦੇ ਔਗਣ ਲੱਗਦੇ ਨੇ ਨਾ, ਉਹ ਵੀ ਕੁਝ ਨਾ ਕੁਝ ਸਮਝਾਉਣ ਦੇ ਲਈ ਕੁਤਕ ਵਰਤਾ ਰਹੇ ਨੇ। ਕਿਉਂਕਿ ਹੁਣ ਜੇ ਖੇਤ ਦੇ ਵਿੱਚ ਗਾਵਾਂ ਮੱਝਾਂ ਚਰਨ ਦੇ ਵਾਸਤੇ ਚਲੇ ਗਈਆਂ, ਤਾਂ ਉਹ ਕਿਤੇ ਨਾ ਕਿਤੇ ਇਹ ਵੀ ਸਮਝਾਉਣਾ ਕਰਦੇ ਨੇ ਕਿ ਪਿਤਾ ਜੀ ਧਨ ਦੌਲਤ ਦਾ ਲਾਲਚ ਨਹੀਂ ਕਰਨਾ ਚਾਹੀਦਾ। ਜੋ ਕੁਝ ਵੀ ਸਾਡੀ ਕਿਸਮਤ ਦਾ ਲਿਖਿਆ ਹੋਇਆ ਹੈ ਨਾ, ਜਿੰਨੀ ਕੁ ਸਾਨੂੰ ਜ਼ਰੂਰਤ ਹੈ, ਜਿੰਨਾ ਕੁ ਸਾਡੇ ਕਰਮਾਂ ਦਾ ਹੈ, ਉਹ ਪਰਮਾਤਮਾ ਨੇ ਆਪ ਸਾਡੇ ਤੱਕ ਪਹੁੰਚਦਾ ਕਰ ਦੇਣਾ। ਤੇ ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਇਹਨਾਂ ਨੂੰ ਆਖਦੇ ਨੇ, ਰਾਏ ਬੁਲਾਰ ਜੀ ਨੂੰ, ਵੀ ਹੁਣ ਤੱਕ ਤਾਂ ਇਸ ਨੇ ਮੇਰੇ ਧਨ ਦਾ ਨੁਕਸਾਨ ਹੀ ਕੀਤਾ ਹੈ। ਪੂਰਬ ਬੋ ਕਰ ਬਸਤ ਗਵਾਈ, ਅਬ ਕਿਦਾਰ ਪਸ ਦੀਨ ਰਚਰਾਈ। ਕਹਿੰਦੇ ਬਚਪਨ ਦੇ ਵਿੱਚ ਜਦੋਂ ਇਹ ਛੋਟੀ ਉਮਰ ਦੇ ਵਿੱਚ ਸਨ ਨਾ, ਘਰੋਂ ਖੇਡਣ ਜਾਂਦੇ ਸਨ ਆਪਣੇ ਬਾਲਕ ਸਾਥੀਆਂ ਦੇ ਨਾਲ। ਕੋਈ ਵੀ ਚੀਜ਼ ਇਹਨਾਂ ਨੇ ਘਰੋਂ ਲੈ ਕੇ ਜਾਣੀ ਤਾਂ ਬਾਹਰ ਹੀ ਸੁੱਟ ਆਉਂਦੇ ਸੀ, ਤੇ ਕੋਈ ਵੀ ਚੀਜ਼ ਇਸ ਤਰ੍ਹਾਂ ਘਰੋਂ ਜਿਹੜੀ ਲੈ ਕੇ ਗਏ ਉਹ ਵਾਪਸ ਨਹੀਂ ਲੈ ਕੇ ਆਉਂਦੇ ਸੀ। ਬਚਪਨ ਦੇ ਵਿੱਚ ਇਸ ਤਰ੍ਹਾਂ ਨੁਕਸਾਨ ਕਰਦੇ ਰਹੇ। ਕਹਿੰਦੇ ਹੁਣ ਮੈਂ ਇਹਨਾਂ ਨੂੰ ਖੇਤੀ ਕਰਨ ਦੇ ਲਈ ਭੇਜਿਆ, ਖੇਤ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਇਹਨਾਂ ਨੇ ਫਸਲ ਵੀ ਬੀਜ ਦਿੱਤੀ, ਤੇ ਬਾਅਦ ਵਿੱਚ ਇਹ ਕਹਿੰਦੇ ਵੀ ਉਹ ਸਾਰੀ ਫਸਲ ਨੂੰ ਪਸ਼ੂ ਚਰ ਗਏ, ਇਹਨਾਂ ਨੂੰ ਰਾਖੀ ਕਰਨ ਵਾਸਤੇ ਬਿਠਾਇਆ ਸੀ। ਇਸੇ ਤਰ੍ਹਾਂ ਕਹਿੰਦੇ ਹੁਣ ਤੱਕ ਮੇਰਾ ਨੁਕਸਾਨ ਹੀ ਕੀਤਾ ਹੈ। ਜਨਮੇ ਤੇ ਜਬ ਸੁਰਤ ਸੰਭਾਰੀ, ਤਨਕ ਨ ਧਨ ਕੀ ਕ੍ਰਿਤ ਸਵਾਰੀ। ਕਹਿੰਦੇ ਜਦੋਂ ਵੀ ਜਨਮ ਤੋਂ ਬਾਅਦ ਇਹਨਾਂ ਨੇ ਸੁਰਤ ਦੀ ਸੰਭਾਲ ਕੀਤੀ ਹੈ, ਇੱਕ ਕਿਣਕਾ ਮਾਤਰ ਵੀ,
ਥੋੜੀ ਵੀ ਧਨ ਦੀ ਕਿਰਤ ਨਹੀਂ ਕੀਤੀ ਜਿਸ ਦੇ ਨਾਲ ਘਰ ਦੇ ਵਿੱਚ ਆਰਥਿਕ ਤੌਰ ਦੇ ਉੱਤੇ ਸਹਾਇਤਾ ਹੋ ਸਕੇ। ਇਹ ਮਹਿਤਾ ਕਾਲੂ ਜੀ ਰਾਏ ਬੁਲਾਰ ਜੀ ਨੂੰ ਆਖਦੇ ਨੇ, ਮਨ ਉਨਮਤ ਨਾ ਕਰਤ ਸਨੇਹੂ, ਬਹਿਰ ਨਗਰ ਵੈਸੇ ਤੇਜ ਗੇਹੂ। ਤੇ ਇਸੇ ਤਰ੍ਹਾਂ ਕਹਿੰਦੇ ਇਹਨਾਂ ਦੀ ਜਿਹੜੀ ਮਨ ਦੀ ਜਿਹੜੀ ਬੁੱਧੀ ਹੈ ਨਾ, ਜਿਹੜੀ ਇਹਨਾਂ ਦੀ ਇਹ ਮਸਤੀ ਵਾਲੀ ਹੈ। ਤੇ ਇਸੇ ਤਰ੍ਹਾਂ ਕਹਿੰਦੇ ਇਹ ਘਰ ਦੇ ਵਿੱਚ ਪਿਆਰ ਨਹੀਂ ਕਰਦਾ। ਕਹਿੰਦੇ ਘਰ ਛੱਡ ਕੇ ਨਗਰ ਦੇ ਬਾਹਰ ਜਾ ਕੇ ਬੈਠ ਜਾਂਦੇ ਨੇ। ਇਹ ਸਾਡੇ ਨਾਲ ਤਾਂ ਬਹੁਤੀ ਗੱਲਬਾਤ ਵੀ ਨਹੀਂ ਕਰਦੇ। ਜਦੋਂ ਕੁਝ ਵੀ ਮਾੜਾ ਕੁਝ ਇਹਨਾਂ ਨੂੰ ਆਖਦੇ ਆ ਨਾ, ਕੋਈ ਵੀ ਗੱਲ ਹੁੰਦੀ ਹੈ, ਇਹ ਨਗਰ ਤੋਂ ਦੂਰ ਜਾ ਕੇ ਬਾਹਰ ਕਿਸੇ ਰੁੱਖ ਦੀ ਛਾਂ ਹੇਠ ਜਾ ਕੇ ਬੈਠ ਜਾਂਦੇ ਨੇ। ਕਹਿ ਬੁਲਾਰ ਤੁਬ ਮਤ ਅਣਜਾਨੀ, ਤਿਹ ਕੀ ਰੀਤ ਨਾ ਸਖਤ ਪਛਾਨੀ। ਰਾਏ ਬੁਲਾਰ ਜੀ ਮਹਿਤਾ ਕਾਲੂ ਜੀ ਨੂੰ ਆਖਦੇ ਨੇ ਕਿ ਤੁਹਾਡੀ ਮਤ ਥੋੜੀ ਹੈ, ਤੁਸੀਂ ਆਪਣੇ ਪੁੱਤਰ ਦੀ ਰਮਜ ਨੂੰ ਪਹਿਚਾਨ ਨਹੀਂ ਰਹੇ। ਤੁਹਾਡਾ ਪੁੱਤਰ ਗੁਣਾਂ ਦੀ ਖਾਣ ਹੈ। ਜਿਹੜਾ ਕੋਈ ਵੀ ਉਹਨਾਂ ਦੀ ਸੰਗਤ ਕਰਦਾ ਹੈ, ਜਿਹੜਾ ਵੀ ਉਹਨਾਂ ਦੇ ਦਰਸ਼ਨ ਕਰਦਾ ਹੈ, ਉਹ ਤਾਂ ਇਸ ਜਨਮ ਦੇ ਵਿੱਚ ਉਸ ਦਾ ਜਨਮ ਸਮਝੋ ਸਫਲਾ ਹੋ ਜਾਂਦਾ ਤੇ ਮੁਕਤੀ ਦੇ ਰਾਹ ਵੱਲ ਨੂੰ ਚਲਾ ਜਾਂਦਾ। ਪਰ ਤੁਹਾਡੀ ਮਤ ਥੋੜੀ ਹੈ। ਕਹਿੰਦੇ ਤੁਸੀਂ ਅਣਜਾਣ ਹੋ, ਤੁਸੀਂ ਉਹਨਾਂ ਦੀ ਰੀਤ ਨਹੀਂ ਪਹਿਚਾਨ ਸਕਦੇ। ਧਨ ਤ੍ਰਿਸ਼ਨਾ ਮਹਿ ਮਤ ਲਪਟਾਨੀ, ਗੁਣਨ ਗੂੜ ਕਿਉਂ ਸਕੇ ਪਛਾਨੀ। ਕਹਿੰਦੇ ਤੁਸੀਂ ਆਪਣੀ ਮਤ ਜਿਹੜੀ ਹੈ ਧਨ ਦੇ ਪਿੱਛੇ ਲਪਟਾਈ ਹੋਈ ਹੈ। ਤੁਸੀਂ ਵਾਰ-ਵਾਰ ਇਹੀ ਗੱਲਾਂ ਆਖੀ ਜਾਂਦੇ ਹੋ ਵੀ ਮੇਰੇ ਧਨ ਦਾ ਨੁਕਸਾਨ ਕੀਤਾ, ਵੀ ਸਾਡੀ ਖੇਤੀ ਦਾ ਨੁਕਸਾਨ ਕਰ ਦਿੱਤਾ। ਕਹਿੰਦੇ ਤੂੰ ਗੁੱਜੇ ਤੇ ਉਹਨਾਂ ਦੇ ਜਿਹੜੇ ਗੁਣ ਨੇ, ਗੂਣਨ ਗੂੜ ਕਿਉਂ ਸਕੇ ਪਛਾਣੀ, ਜਿਹੜੇ ਗੁੱਜੇ ਗੁਣ ਨੇ ਉਹਨਾਂ ਦੇ ਜੀਵਨ ਦੇ ਵਿੱਚ, ਜਿਹੜੇ ਚੰਗਿਆਈ ਵਾਲੇ ਗੁਣ ਨੇ, ਕਹਿੰਦੇ ਤੁਸੀਂ ਉਹਨਾਂ ਦੀ ਪਹਿਚਾਣ ਨਹੀਂ ਕਰ ਰਹੇ। ਤੁਸੀਂ ਉਹਨਾਂ ਦੇ ਬੁਰਾਈ ਵਾਲਾ ਪੱਖ ਹੀ ਦੇਖੀ ਜਾ ਰਹੇ ਹੋ ਆਪਣੀ ਮਤ ਦੇ ਅਨੁਸਾਰ। ਇਹ ਸਾਰਾ ਕੁਝ ਰਾਏ ਬੁਲਾਰ ਜੀ ਤੇ ਮਹਿਤਾ ਕਾਲੂ ਜੀ ਦੇ ਵਿਚਕਾਰ ਹੁਣ ਚਰਚਾ ਚੱਲ ਰਹੀ ਹੈ। ਕਹਿਣ ਸੁਣਨ ਕਰ ਅਸਵਿਦ ਕਾਲੂ, ਚੱਲ ਆਲਿਆ ਆਇਓ ਤਤਕਾਲੂ। ਤੇ ਜਦੋਂ ਰਾਏ ਬੁਲਾਰ ਜੀ ਅਤੇ ਮਹਿਤਾ ਕਾਲੂ ਜੀ ਦੇ ਵਿਚਕਾਰ ਇਹ ਸਾਰੀ ਵਿਚਾਰ ਚਰਚਾ ਹੁੰਦੀ ਹੈ ਨਾ, ਜਦੋਂ ਰਾਏ ਬੁਲਾਰ ਜੀ ਨੇ ਮਹਿਤਾ ਕਾਲੂ ਜੀ ਨੂੰ ਆਖਿਆ ਵੀ ਤੁਹਾਡੀ ਮਤ ਥੋੜੀ ਹੈ, ਇਹ ਸਾਰੀ ਵਿਚਾਰ ਚਰਚਾ ਹੋਣ ਤੋਂ ਬਾਅਦ ਕਹਿੰਦੇ ਮਹਿਤਾ ਕਾਲੂ ਜੀ ਇਹ ਸਾਰਾ ਕੁਝ ਸੁਣ ਕੇ ਚੱਲ ਆਇਓ, ਚੱਲ ਆਲਿਆ ਆਇਓ ਤਤਕਾਲੂ। ਆਲਿਆ ਦਾ ਭਾਵ ਹੈ ਘਰ, ਤਤਕਾਲੂ ਦਾ ਭਾਵ ਹੈ ਛੇਤੀ। ਤਤਕਾਲ ਦਾ ਭਾਵ ਹੁੰਦਾ ਛੇਤੀ। ਤੇ ਕਹਿੰਦੇ ਇਸੇ ਤਰ੍ਹਾਂ ਮਹਿਤਾ ਕਾਲੂ ਜੀ ਸਾਰੀ ਵਿਚਾਰ ਸੁਣ ਕੇ ਛੇਤੀ ਦਣਾ ਆਪਣੇ ਘਰ ਆ ਗਏ ਨੇ। ਕਰਨ ਲੱਗਿਓ ਕਾਰਜ ਨਿਜ ਜੋ, ਸੁਤ ਗੁਣ ਪਰਖਣ ਕਰਤ ਨ ਕੋ। ਤੇ ਇਸੇ ਤਰ੍ਹਾਂ ਕਹਿੰਦੇ ਜਿਹੜੀ ਰੋਜ਼ਾਨਾ ਦੀ ਕਾਰ ਆਪਣੇ ਘਰ ਦੇ ਵਿੱਚ ਜੋ ਜੋ ਵੀ ਕੰਮ ਕਾਜ ਕਰਦੇ ਸੀ ਨਾ ਮਹਿਤਾ ਕਾਲੂ ਜੀ, ਉਸੇ ਦੇ ਅਨੁਸਾਰ ਘਰ ਆ ਕੇ ਉਸੇ ਰੀਤ ਦੇ ਅਨੁਸਾਰ ਸਾਰੇ ਕੰਮ ਕਾਜ ਕਰਨ ਲੱਗ ਪਏ ਨੇ। ਤੇ ਕਹਿੰਦੇ ਇਸੇ ਤਰ੍ਹਾਂ ਆਪਣੇ ਪੁੱਤਰਾਂ ਦੇ ਗੁਣਾਂ ਨੂੰ ਕਦੇ ਵੀ ਨਹੀਂ ਪਹਿਚਾਨਿਆ। ਦੋਹਰਾ ਸ਼੍ਰੀ ਸਤਿਗੁਰ ਕਰਤਾ ਪੁਰਖ, ਅਸਵਿਦ ਕਰਤ ਬਿਲਾਸ। ਭਜ ਸੰਤੋਖ ਸਿੰਘ ਨਾਮ, ਤਿਹ ਤਜੋ ਆਣ ਕੀ ਆਸ। ਹੁਣ ਅਖੀਰ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਕਰਦੇ ਨੇ, ਜਿਨ੍ਹਾਂ ਨੇ ਇਹ ਗ੍ਰੰਥ ਤਿਆਰ ਕੀਤਾ ਸੂਰਜ ਪ੍ਰਕਾਸ਼ ਗ੍ਰੰਥ। ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਕਰਦੇ ਆਖਦੇ ਨੇ, ਕਹਿੰਦੇ ਸ਼੍ਰੀ ਸਤਿਗੁਰ ਕਰਤਾ ਪੁਰਖ, ਅਸਵਿਦ ਕਰਤ ਬਿਲਾਸ। ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਤਿਗੁਰੂ ਪੁਰਖ ਜੀ ਇਸ ਵਿਧੀ ਦੇ ਨਾਲ ਆਪਣੇ ਜੀਵਨ ਦੇ ਵਿੱਚ ਕਹਿੰਦੇ ਬਿਲਾਸ ਕਰਦੇ ਨੇ, ਇਸ ਵਿਧੀ ਦੇ ਨਾਲ ਆਪਣੇ ਜੀਵਨ ਦੇ ਵਿੱਚ ਕੌਤਕ ਕਰਦੇ ਨੇ, ਦੁਨੀਆ ਦੇ ਲੋਕਾਂ ਨੂੰ ਉਪਦੇਸ਼ ਦੇ ਰਹੇ ਨੇ। ਤੇ ਫਿਰ ਅਖੀਰ ਦੇ ਵਿੱਚ ਆਖਦੇ ਨੇ ਭਜ ਸੰਤੋਖ ਸਿੰਘ ਨਾਮ ਤੇ, ਕਹਿੰਦੇ ਹੇ ਸੰਤੋਖ ਸਿੰਘ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਨਾਮ ਧਾਰਨ ਕਰ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਨਾਮ ਧਿਆ, ਉਹਨਾਂ ਦਾ ਭਜਨ ਕਰ। ਤੇ ਇਸੇ ਤਰ੍ਹਾਂ ਤੇ ਫਿਰ ਕਹਿੰਦੇ ਨੇ ਤਜੋ ਆਣ ਕੀ ਆਸ, ਆਪਣੇ ਜੀਵਨ ਦੇ ਵਿੱਚ ਹੋਰ ਆਸਾਂ ਜਿਹੜੀਆਂ ਰੱਖੀਆਂ ਨੇ ਨਾ ਉਹ ਛੱਡ ਦੇ, ਕੇਵਲ ਤੇ ਕੇਵਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਮ ਦਾ ਭਜਨ ਕਰ। ਆਖੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਦੇਖੋ ਜੀ ਰਾਏ ਬੁਲਾਰ ਮਹਿਤਾ ਕਾਲੂ ਜੀ ਦੇ ਵਿਚਕਾਰ ਵੀ ਚਰਚਾ ਹੋ ਰਹੀ ਹੈ। ਹੁਣ ਰਾਏ ਬੁਲਾਰ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸਿੱਖ ਬਣ ਜਾਂਦਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਕਰਕੇ। ਅਸੀਂ ਵੀ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆ ਕੇ ਜਿੱਥੇ ਗੁਰਬਾਣੀ ਦੇ ਲੜ ਲੱਗਣਾ ਹੈ ਨਾ, ਉੱਥੇ ਗੁਰੂ ਸਾਹਿਬ ਜੀ ਦੇ ਇਤਿਹਾਸ ਤੋਂ ਜਾਣੂ ਹੋ ਕੇ ਆਪਣੇ ਜੀਵਨ ਦੇ ਵਿੱਚ ਸ਼ਰਧਾ ਭਾਵਨਾ ਵੀ ਧਾਰਨ ਕਰਨੀ, ਗੁਰਬਾਣੀ ਦੇ ਨਾਲ ਵੀ ਪ੍ਰੇਮ ਪਾਉਣਾ। ਇੱਥੇ ਅੱਜ ਦੇ ਇਸ ਪ੍ਰਸੰਗ ਦੀ ਸਮਾਪਤੀ ਹੁੰਦੀ ਹੈ।
ਕੱਲ ਨੂੰ ਅਸੀਂ 13ਵੇਂ ਅਧਿਆਏ ਦਾ ਪ੍ਰਸੰਗ ਆਰੰਭ ਕਰਾਂਗੇ, ਜਿਸ ਪ੍ਰਸੰਗ ਦਾ ਸਿਰਲੇਖ ਹੈ ਵੈਦ ਨੂੰ ਉਪਦੇਸ਼ ਦੇਣਾ। ਆਓ ਕੁਝ ਕੁ ਵਿਚਾਰ ਅੱਜ ਦੇ ਦਿਹਾੜੇ ਨੂੰ ਮੁੱਖ ਰੱਖਦਾ ਮੈਂ ਆਪ ਜੀ ਦੇ ਨਾਲ ਤੂਕ ਮਾਤਰ ਸਮਝਾਉਣਾ ਕਰਦਾ। ਅੱਜ ਦੇ ਦਿਨ ਮਈ 1710 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੋਲੋਂ ਥਾਪੜਾ ਲੈਣ ਤੋਂ ਬਾਅਦ ਸਢੌਰਾ, ਸੁਨਾਮ ਆਦਿਕ ਥਾਵਾਂ ਦੇ ਉੱਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਦੇ ਉੱਤੇ ਹਮਲਾ ਕੀਤਾ 12 ਮਈ 1710 ਈਸਵੀ ਨੂੰ, ਤੇ 14 ਮਈ 1710 ਈਸਵੀ ਤੱਕ ਸਰਹੰਦ ਫਤਿਹ ਕਰ ਲਈ ਗਈ। ਸਭ ਤੋਂ ਪਹਿਲਾਂ ਇੱਥੋਂ ਦਾ ਜਥੇਦਾਰ ਬਾਬਾ ਬਾਜ ਸਿੰਘ ਜੀ ਨੂੰ ਇੱਥੋਂ ਦਾ ਜਥੇਦਾਰ ਥਾਪਿਆ ਗਿਆ। ਤੇ ਇਸੇ ਤਰ੍ਹਾਂ ਸਿੱਖ ਰਾਜ ਦੀ ਜਿਹੜੀ ਸਥਾਪਨਾ ਹੈ, ਖਾਲਸਾ ਰਾਜ ਦੀ ਸਥਾਪਨਾ ਹੈ, ਇਸ ਸਥਾਨ ਦੇ ਉੱਤੇ ਹੁੰਦੀ ਹੈ ਸਰਹੱਦ ਫਤਿਹ ਕਰਨ ਤੋਂ ਬਾਅਦ। ਸਭ ਤੋਂ ਪਹਿਲੀ ਵਾਰ ਖਾਲਸਾ ਨਿਸ਼ਾਨ ਬਾਬਾ ਬੰਦਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਸਰਹੰਦ ਦੀ ਧਰਤੀ ਦੇ ਉੱਤੇ ਚਲਾਏ ਜਾਂਦੇ ਨੇ। ਸਰਹੰਦ ਨੂੰ 3 ਵਾਰ ਉਜਾੜਿਆ ਗਿਆ, ਇਤਿਹਾਸਕਾਰ ਲਿਖਦੇ ਨੇ। 1011 ਈਸਵੀ ਦੇ ਵਿੱਚ ਮਹਿਮੂਦ ਗਜ਼ਨਵੀ ਨੇ ਸਭ ਤੋਂ ਪਹਿਲਾਂ ਸਰਹੰਦ ਨੂੰ ਉਜਾੜਿਆ। ਫਿਰ 1710 ਈਸਵੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਉੱਤੇ ਹਮਲਾ ਕੀਤਾ, ਉਦੋਂ ਵੀ ਇਹ ਸਰਹੰਦ ਸਾਰੀ ਦੀ ਸਾਰੀ ਉਜੜ ਗਈ। ਫਿਰ ਬਾਅਦ ਦੇ ਵਿੱਚ 1764 ਈਸਵੀ ਦੇ ਵਿੱਚ ਸਾਡੇ ਸਿੱਖਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਵੀ ਉਸ ਸਮੇਂ ਇਸ ਸਰਹੰਦ ਦੇ ਉੱਤੇ ਹਮਲਾ ਕੀਤਾ। ਉਸ ਸਮੇਂ ਵੀ ਇਸ ਸਰਹੰਦ ਦਾ ਤਹਿਸ ਨਹਿਸ ਹੋ ਗਿਆ। ਇਹ 3 ਵਾਰ ਸਰਹੰਦ ਦੇ ਉੱਤੇ ਹਮਲੇ ਹੋਏ ਨੇ। ਤੇ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਉੱਤੇ ਚੜ੍ਹਾਈ ਕਰਕੇ ਸਰਹੰਦ ਦੇ ਜ਼ਾਲਮਾਂ ਦੇ ਨਾਲ, ਸਰਹੰਦ ਦੀ ਅਸੀਂ ਕਹਿ ਦਿੰਦੇ ਵੀ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਿੱਖਾਂ ਦੇ ਨਾਲ ਰਲ ਕੇ, ਸਿੱਖ ਸਿਪਾਹੀਆਂ ਦੇ ਨਾਲ ਲੜ ਕੇ ਇਹ ਕਾਰਜ ਅੱਜ ਦੇ ਦਿਨ ਕੀਤਾ ਸੀ। ਗੁਰੂ ਕਿਰਪਾ ਕਰੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।